ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਉਹ ਇਸਤਰੀਆਂ ਸਤੀ ਹੋ ਗਈਆਂ ਨਹੀਂ ਆਖੀ ਦੀਆਂ ਜੋ ਪਤੀ ਦੀ ਲੋਥ ਦੇ ਨਾਲ ਸੜ ਮਰਦੀਆਂ ਹਨ। ਗੁਰੂ ਜੀ ਫਰਮਾ ਰਹੇ ਹਨ, ਜੋ ਪਤੀ ਦੀ ਮੌਤ ਤੇ ਵਿਛੜੇ ਦੀ ਹੀ ਸੱਟ ਨਾਲ ਮਰ ਜਾਣ, ਉਹਨਾਂ ਨੂੰ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ। ਕਾਮ ਕੰਦਲਾ ਇੱਕ ਵੇਸਵਾ ਸੀ ਜੋ ਕਾਮਾਵਤੀ ਨਗਰੀ ਵਿੱਚ ਰਹਿੰਦੀ ਸੀ ਤੇ ਰਾਜ ਸਭਾ ਵਿੱਚ ਗਾਇਨ ਕਰਦੀ ਹੁੰਦੀ ਸੀ। ਤੇ ਉੱਥੋਂ ਦਾ ਰਾਜਾ ਕਾਮਸੈਨ ਰਾਗ ਵਿਦਿਆ ਦਾ ਅਜਿਹਾ ਪ੍ਰੇਮੀ ਸੀ ਮਾਨੋ ਰਾਗ ਸਭਾ ਦਾ ਅਖਾੜਾ ਹੀ ਉੱਥੇ ਸੀ। ਉਸ ਰਾਜਾ ਦੇ ਦਰਬਾਰ ਵਿੱਚ ਇੱਕ ਵਾਰ ਮਾਧਵ ਨਲ, ਜੋ ਬੜੇ ਗੁਣੀ ਤੇ ਰਾਗ ਵਿਦਿਆ ਵਿੱਚ ਅਤ ਨਿਪੁੰਨ ਸਨ, ਉਸ ਸਭਾ ਦੇਖਣ ਦੇ ਅਭਿਲਾਖੀ ਹੋਏ। ਪਰ ਉਸ ਰਾਗ ਸਭਾ ਵਿੱਚ ਬਿਨਾਂ ਰਾਜਾ ਦੀ ਆਗਿਆ ਦੇ ਕੋਈ ਜਾ ਨਹੀਂ ਸੀ ਸਕਦਾ। ਇਸ ਲਈ ਮਾਧਵ ਜੀ ਦਰਵਾਜ਼ਿਓਂ ਬਾਹਰ ਹੀ ਬੈਠ ਗਏ ਤੇ ਰਾਗ ਸੁਣਨ ਲੱਗੇ। ਪਰ ਮਾਧਵ ਜੀ ਰਾਗ ਸੁਣਦੇ ਸੁਣਦੇ ਸਿਰ ਹਿਲਾਉਣ ਲੱਗ ਪਏ ਤੇ ਉੜ ਕੇ ਕਹਿ ਦਿੱਤਾ ਕਿ ਇਸ ਸਭਾ ਵਿੱਚ ਸਭ ਮੂਰਖ ਹਨ। ਜਦ ਇਹ ਗੱਲ ਰਾਜੇ ਦੇ ਨੌਕਰਾਂ ਨੇ ਸੁਣੀ ਤਾਂ ਰਾਜੇ ਦੇ ਪਾਸ ਜਾ ਕੇ ਇਸ ਪ੍ਰਕਾਰ ਕਿਹਾ ਕਿ ਬਾਹਰ ਇੱਕ ਬ੍ਰਾਹਮਣ ਆਇਆ ਹੋਇਆ ਹੈ ਜੋ ਤੁਹਾਡੀ ਸਾਰੀ ਸਭਾ ਨੂੰ ਮੂਰਖ ਕਹਿ ਰਿਹਾ ਹੈ। ਤਦ ਰਾਜੇ ਨੇ ਕਿਹਾ, ਉਸ ਨੂੰ ਬੁਲਾਓ। ਜਦ ਮਾਧਵ ਨਾਲ ਆਇਆ ਤਾਂ ਰਾਜੇ ਨੇ ਪੁੱਛਿਆ, ਤੁਸੀਂ ਸਾਡੀ ਸਭਾ ਨੂੰ ਮੂਰਖ ਕਿਉਂ ਕਿਹਾ? ਮਾਧਵ ਨਲ ਨੇ ਦੱਸਿਆ ਕਿ ਪਖਾਵਜੀ ਜੋੜੀ ਵਜਾਉਣ ਵਾਲੇ ਦਾ ਇੱਕ ਹੱਥ ਦਾ ਅੰਗੂਠਾ ਨਹੀਂ ਹੈ, ਜਿਸ ਕਰਕੇ ਜ਼ੋਰ ਨਹੀਂ ਪੈਂਦਾ ਤੇ ਤਾਲ ਭੰਗ ਹੋ ਜਾਂਦਾ ਹੈ। ਅੰਗੂਠਾ ਕਮਜ਼ੋਰ ਹੈ। ਜਦ ਰਾਜੇ ਨੇ ਦਰਿਆਫਤ ਕੀਤਾ ਤਾਂ ਸੱਚਮੁੱਚ ਜੋੜੀ ਵਜਾਉਣ ਵਾਲੇ ਦਾ ਇੱਕ ਅੰਗੂਠਾ ਮੋਮ ਦਾ ਦੇਖਿਆ। ਇਸ ਪ੍ਰੀਖਿਆ ਨੂੰ ਦੇਖ ਕੇ ਰਾਜਾ ਕਾਮਸੈਨ ਮਾਧਵ ਨਲ ਜੀ ਉੱਪਰ ਬੜਾ ਪ੍ਰਸੰਨ ਹੋਇਆ ਤੇ ਇੱਕ ਹਾਰ ਮੋਤੀਆਂ ਦਾ ਤੇ 1 ਕਰੋੜ ਟਕਾ ਦੇ ਕੇ ਮਾਧਵ ਨਲ ਜੀ ਦਾ ਬੜਾ ਸਤਿਕਾਰ ਕੀਤਾ। ਇਸੇ ਗੁਣ ਨੂੰ ਦੇਖ ਕੇ ਕਾਮਕੰਦਲਾ ਵੀ ਮਾਧਵ ਜੀ ਉੱਤੇ ਮੋਹਿਤ ਹੋ ਗਈ। ਉਪਰੰਤ ਮਾਧਵ ਨਲ ਜੀ ਨੂੰ ਗੁਣੀ ਤੇ ਆਪਣਾ ਪ੍ਰੀਤਮ ਜਾਣ ਕੇ ਕਾਮਕੰਦਲਾ ਆਪਣਾ ਪੂਰਾ ਗੁਣ ਦਿਖਾਉਣ ਲਈ ਬੜੀ ਹੁਸ਼ਿਆਰੀ ਨਾਲ ਨਾਚ ਕਰਨ ਲੱਗੀ। ਉਸ ਵੇਲੇ ਜਦ ਕਿ ਕਾਮਕੰਦਲਾ ਆਪਣੇ ਸਾਰੇ ਜ਼ੋਰ ਨਾਲ ਨਿਰਤ ਕਰ ਰਹੀ ਸੀ ਤੇ ਰਾਗ ਤਾਨ ਵਿੱਚ ਪੂਰੇ ਸੁਰਾਂ ਉੱਪਰ ਚੱਲ ਰਹੀ ਸੀ, ਤਾਂ ਇਤਫਾਕ ਨਾਲ ਕਾਮਕੰਦਲਾ ਦੇ ਕੁੱਚ ਤੇ ਇੱਕ ਭੌਰਾ ਆ ਬੈਠਾ, ਜਿਸ ਨੂੰ ਜੇਕਰ ਉਹ ਹੱਥ ਨਾਲ ਉਡਾਵੇ ਤਾਂ ਤਾਲ ਵਿੱਚ ਫਰਕ ਪੈਂਦਾ ਸੀ। ਇਸ ਲਈ ਉਸ ਕਾਮਕੰਦਲਾ ਨੇ ਆਪਣੇ ਸਾਰੇ ਅੰਗਾਂ ਦੇ ਸਵਾਸਾਂ ਨੂੰ ਰੋਕ ਕੇ ਕੁੱਚ ਦੇ ਰਸਤੇ ਹਵਾ ਕੱਢੀ, ਜਿਸ ਨਾਲ ਭੌਰਾ ਵੀ ਉੱਡ ਗਿਆ ਤੇ ਸੁਰ ਤਾਲ ਵਿੱਚ ਵੀ ਫਰਕ ਨਾ ਆਇਆ। ਇਸ ਅਦੁੱਤੀ ਗੁਣ ਨੂੰ ਦੇਖ ਕੇ ਮਾਧਵ ਨਲ ਜੀ ਕੁਰਬਾਨ ਹੋ ਗਏ ਔਰ ਐਸੇ ਮੋਹਿਤ ਹੋਏ ਕਿ ਜੋ ਕੁਝ ਰਾਜਾ ਨੇ ਮਾਧਵ ਨਲ ਜੀ ਨੂੰ ਦਿੱਤਾ ਸੀ ਉਹ ਸਭ ਕੁਝ ਕਾਮਕੰਦਲਾ ਨੂੰ ਦੇ ਦਿੱਤਾ। ਰਾਜਾ ਨੂੰ ਇਸ ਗੁਣ ਦਾ ਕੋਈ ਪਤਾ ਨਹੀਂ ਸੀ। ਇਸ ਕਰਕੇ ਮਾਧਵ ਨਲ ਉੱਪਰ ਸਖਤ ਨਾਰਾਜ਼ ਹੋ ਗਿਆ ਤੇ ਹੁਕਮ ਦਿੱਤਾ ਕਿ ਮੇਰੇ ਰਾਜ ਤੋਂ ਮਾਧਵ ਨਲ ਬਾਹਰ ਹੋ ਜਾਵੇ ਔਰ 8 ਪਹਿਰ ਦੇ ਅੰਦਰ ਅੰਦਰ ਚਲਾ ਜਾਏ। ਜਦ ਇਹ ਹੁਕਮ ਮਾਧਵ ਨਲ ਨੂੰ ਸੁਣਾਇਆ ਗਿਆ ਤਾਂ ਉਹ ਕਾਮਕੰਦਲਾ ਦੇ ਘਰ ਆਏ ਔਰ ਆ ਕੇ ਸਾਰਾ ਹਾਲ ਸੁਣਾਇਆ। ਤਾਂ ਕਾਮਕੰਦਲਾ, ਜੋ ਮਾਧਵ ਨਲ ਦੇ ਗੁਣ ਦੀ ਪ੍ਰੀਖਿਆ ਕਰਕੇ ਆਪਣਾ ਤਨ ਮਨ ਵਾਰ ਚੁੱਕੀ ਸੀ, ਸੁਣਦੇ ਸਾਰ ਹੀ ਬੇਹੋਸ਼ ਹੋ ਗਈ ਤੇ 2 ਘੜੀ ਮੁਰਛਾ ਪਈ ਰਹੀ। ਜਦ 2 ਘੜੀ ਬਾਅਦ ਸੁਰਤ ਆਈ ਤਾਂ ਮਾਧਵ ਨਲ ਜੀ ਅੱਗੇ ਬੇਨਤੀ ਕੀਤੀ ਕਿ ਇੱਕ ਦਿਨ ਤਾਂ ਆਪ ਜੀ ਇੱਥੇ ਠਹਿਰੋ, ਮੈਂ ਆਪ ਜੀ ਨੂੰ ਰਾਜਾ ਤੋਂ ਚੋਰੀ ਰੱਖਾਂਗੀ। ਗੱਲ ਕੀ ਸੀ, 7 ਦਿਨ ਤੱਕ ਕਾਮਕੰਦਲਾ ਨੇ ਮਾਧਵ ਨਲ ਨੂੰ ਆਪਣੇ ਪਾਸ ਰੱਖਿਆ। ਓੜਕ ਰਾਜਾ ਦੇ ਭੈ ਕਰਕੇ ਜੋ ਮਤਾਂ ਕਿਤੇ ਖਬਰ ਹੋ ਜਾਏ ਤਾਂ ਸਾਰਿਆਂ ਨੂੰ ਫਾਂਸੀ ਮਿਲੇਗੀ। ਦੋਹਾਂ ਮਿੱਤਰਾਂ ਦਾ ਵਿਛੋੜਾ ਹੋਇਆ ਔਰ ਮਾਧਵ ਨਲ ਜੀ ਬਿਰਲਾਪ ਕਰਦੇ ਹੋਏ ਉੱਥੋਂ ਤੁਰ ਪਏ। ਪਰ ਇਹਨਾਂ ਦੀ ਪ੍ਰੀਤ ਆਪਸ ਵਿੱਚ ਇਤਨੀ ਵੱਧ ਗਈ ਕਿ ਸਰੀਰ ਤਾਂ 2 ਹੀ ਰਹੇ ਔਰ ਜਾਨ ਇੱਕ ਹੋ ਗਈ, ਮਾਨੋ ਇੱਕ ਦੇ ਪ੍ਰਾਣ ਦੂਸਰੇ ਵਿੱਚ ਹਨ। ਹੁਣ ਮਾਧਵ ਨਲ ਜੀ ਵਿਚਾਰਨ ਲੱਗੇ, ਕਿੱਧਰ ਜਾਈਏ ਔਰ ਕੀ ਕਰੀਏ। ਕਾਮਕੰਦਲਾ ਦੇ ਫਿਰਾਕ ਵਿੱਚ ਦਿਨ ਰਾਤ ਹੀ ਰੁਦਨ ਕਰਦੇ ਰਹਿਣ ਔਰ ਵੈਸ਼ੀਆਂ ਦੀ ਤਰ੍ਹਾਂ ਦਿਨ ਗੁਜ਼ਾਰਨ ਲੱਗੇ।
ਐਸੇ ਗੁਣੀ ਔਰ ਪੰਡਤ ਤੇ ਜੋਤਸ਼ੀ ਵਿਦਵਾਨ ਹੋ ਕੇ ਵੀ ਇਸ਼ਕ ਵਿੱਚ ਐਸੇ ਰੁੜ ਗਏ ਕਿ ਸਿਵਾਏ ਕਾਮ ਕੰਦਲਾ ਦੇ ਨਾਮ ਦੇ ਹੋਰ ਕੋਈ ਵੀ ਨਾਮ ਨਾ ਲੈਂਦੇ ਔਰ ਹਰ ਵੇਲੇ ਕਾਮ ਕੰਦਲਾ ਦਾ ਹੀ ਸਿਮਰਨ ਹੁੰਦਾ ਰਹਿੰਦਾ। ਮਾਧਵ ਨਲ ਨੇ ਕਈ ਤਦਬੀਰਾਂ ਕਾਮ ਕੰਦਲਾ ਦੇ ਮਿਲਣ ਦੀਆਂ ਸੋਚੀਆਂ, ਪਰ ਬਿਰਹਾ ਦੀ ਅਗਨੀ ਨਾਲ ਮੱਤ ਮਾਰੀ ਗਈ। ਕੁਝ ਪੇਸ਼ ਨਾ ਜਾਏ ਔਰ ਨਾ ਹੀ ਕੋਈ ਸਿਰੇ ਚੜੇ। ਓੜਕ ਮਾਧਵ ਨਲ ਜੀ ਰਾਜਾ ਬਿਕਰਮਾਜੀਤ ਦੇ ਦਰਵਾਜ਼ੇ ਤੇ ਗਏ ਔਰ ਉੱਥੇ ਜਾ ਕੇ ਰਾਜਾ ਦੇ ਪੂਜਾ ਵਾਲੇ ਦੇ ਮੰਦਰ ਦੇ ਬੂਹੇ ਤੇ ਇਹ ਸੋਲਠਾ ਲਿਖ ਦਿੱਤਾ, ਗਹੀ ਜਬ ਹਾਥ ਚੂਕ ਵਿਧਾਤਾ ਤੇ ਪਰੀ, ਕਰਿਓ ਨਾ ਏਕੈ ਸਾਥ ਸਾਜਨ, ਜੀਵਨ ਮਰਨ ਦਿਨ। ਇਹ ਸੋਲਠਾ ਲਿਖ ਕੇ ਮਾਧਵ ਨਲ ਜੀ ਆਪ ਇਕਾਂਤ ਕਿਸੇ ਬਾਗ ਵਿੱਚ ਜਾ ਬੈਠੇ, ਇਹ ਖਿਆਲ ਧਾਰ ਕੇ ਕਿ ਰਾਜਾ ਬਿਕਰਮਾਜੀਤ ਨੇ ਜੇ ਮੇਰਾ ਦੁੱਖ ਦੂਰ ਕਰਨਾ ਹੋਵੇਗਾ ਤਾਂ ਮੈਨੂੰ ਢੂੰਡ ਕੇ ਲੱਭ ਲਏਗਾ। ਬਿਕਰਮਾਜੀਤ ਪਰਉਪਕਾਰੀ ਦਾ ਇਹ ਕੰਮ ਸੀ ਕਿ ਜੋ ਦੁਖੀਆ ਉਸ ਨੂੰ ਮਿਲੇ, ਜਦ ਤੱਕ ਉਸ ਦਾ ਦੁੱਖ ਦੂਰ ਨਾ ਕਰ ਲਵੇ ਆਪਣਾ ਕੋਈ ਕਾਰਜ ਨਹੀਂ ਸੀ ਕਰਦਾ। ਅਗਲੇ ਦਿਨ ਰਾਜਾ ਜੀ ਪੂਜਾ ਕਰਨ ਮੰਦਰ ਵਿੱਚ ਆਏ ਤਾਂ ਉੱਪਰ ਜੋ ਦੋਹਾ ਲਿਖਿਆ ਸੀ ਉਸ ਨੂੰ ਪੜ੍ਹ ਕੇ ਵਿਚਾਰ ਵਿੱਚ ਪੈ ਗਏ ਔਰ ਉਸੇ ਵੇਲੇ ਨੌਕਰਾਂ ਨੂੰ ਮਾਧਵ ਨਲ ਦੀ ਤਲਾਸ਼ ਕਰਨ ਵਾਸਤੇ ਭੇਜ ਦਿੱਤਾ, ਜਿਸ ਨੂੰ ਬਹੁਤ ਯਤਨ ਨਾਲ ਤਲਾਸ਼ ਕਰਕੇ ਲਿਆਏ। ਜਦ ਰਾਜਾ ਬਿਕਰਮਾਜੀਤ ਦੇ ਰੂਬਰੂ ਮਾਧਵ ਨਲ ਨੂੰ ਲਿਆਏ ਤਾਂ ਜਦੋਂ ਬਿਕਰਮਾਜੀਤ ਨੇ ਸਭ ਹਾਲ ਪੁੱਛਿਆ ਤਾਂ ਮਾਧਵ ਨਲ ਨੇ ਆਪਣੇ ਸਾਰੇ ਗੁਣ ਪ੍ਰਗਟ ਕੀਤੇ, ਜਿਨ੍ਹਾਂ ਗੁਣਾਂ ਨੂੰ ਦੇਖ ਸੁਣ ਕੇ ਰਾਜਾ ਬਿਕਰਮਾਜੀਤ ਚਕਰਿਤ ਹੋ ਗਿਆ ਕਿ ਐਡਾ ਲਾਇਕ ਆਦਮੀ ਕਿਸ ਵਿਪਤਾ ਵਿੱਚ ਫਸ ਕੇ ਦੁੱਖ ਪਾ ਰਿਹਾ ਹੈ। ਰਾਜਾ ਜੀ ਨੇ ਮਾਧਵ ਨਲ ਨੂੰ ਬਥੇਰਾ ਸਮਝਾਇਆ, ਪਰ ਮਾਧਵ ਜੀ ਨੇ ਇੱਕੋ ਹੀ ਕਿਹਾ ਕਿ ਜੇ ਕਾਮ ਕੰਦਲਾ ਮਿਲੇ ਤਾਂ ਜਿਉਣਾ ਹੈ, ਨਹੀਂ ਤਾਂ ਮੈਂ ਚਿਖਾ ਬਣਾ ਕੇ ਸੜ ਜਾਵਾਂਗਾ ਔਰ ਇਹ ਪਾਪ ਤੇਰੇ ਜਿੰਮੇ ਰਹੇਗਾ। ਜਦ ਰਾਜਾ ਨੇ ਦੇਖਿਆ ਕਿ ਮਾਧਵ ਨਲ ਕਿਸੇ ਪ੍ਰਕਾਰ ਵੀ ਨਹੀਂ ਮੰਨਦਾ ਔਰ ਬਿਨਾਂ ਕਾਮ ਕੰਦਲਾ ਦੇ ਇਹਦਾ ਜੀਣਾ ਮੁਸ਼ਕਲ ਹੈ, ਤਾਂ ਭਰੋਸਾ ਦਿੱਤਾ ਕਿ ਤੈਨੂੰ ਕਾਮ ਕੰਦਲਾ ਦੇ ਦਿੱਤੀ ਜਾਏਗੀ। ਇਹ ਆਖ ਕੇ ਰਾਜਾ ਬਿਕਰਮਾਜੀਤ ਨੇ ਸੈਨਾ ਨੂੰ ਤਿਆਰ ਹੋਣ ਦਾ ਹੁਕਮ ਦਿੱਤਾ ਔਰ ਬਹੁਤ ਸਾਰੀ ਸੈਨਾ ਜਦ ਤਿਆਰ ਹੋ ਗਈ ਤਾਂ ਮਾਧਵ ਨਲ ਨੂੰ ਨਾਲ ਲੈ ਕੇ ਕਾਮ ਕੰਦਲਾ ਦੇ ਰਾਜੇ ਤੇ ਚੜ੍ਹਾਈ ਕਰ ਦਿੱਤੀ। ਜਦ ਉਸ ਰਾਜਾ ਦੇ ਸ਼ਹਿਰ ਦੇ ਨੇੜੇ ਗਏ ਤਾਂ ਬਿਕਰਮਾਜੀਤ ਨੇ ਵਿਚਾਰਿਆ ਕਿ ਅਸੀਂ ਬਿਨਾਂ ਵਿਚਾਰੇ ਹੀ ਚੜ੍ਹਾਈ ਕਰ ਦਿੱਤੀ ਹੈ। ਜੇ ਲੜਾਈ ਹੋਈ ਤਾਂ ਹਜ਼ਾਰਾਂ ਪੁਰਸ਼ ਕਤਲ ਹੋਣਗੇ ਔਰ ਪਤਾ ਨਹੀਂ ਕਿ ਕਾਮ ਕੰਦਲਾ ਵੀ ਇਸ ਦੇ ਨਾਲ ਪ੍ਰੀਤ ਕਰਦੀ ਹੈ ਜਾਂ ਨਹੀਂ ਕਰਦੀ। ਸੋ ਸਭ ਤੋਂ ਪਹਿਲਾਂ ਕਾਮ ਕੰਦਲਾ ਦੀ ਇਸ ਨਾਲ ਪ੍ਰੀਤ ਦੀ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ। ਇਹ ਵਿਚਾਰ ਕੇ ਫੌਜ ਦਾ ਮੁਕਾਮ ਤਾਂ ਰਾਜਾ ਨੇ ਉੱਥੇ ਹੀ ਕਰਾ ਦਿੱਤਾ ਔਰ ਆਪ ਭੇਸ ਬਦਲ ਕੇ ਕਾਮ ਕੰਦਲਾ ਦੇ ਪਾਸ ਗਿਆ। ਜਦ ਕਾਮ ਕੰਦਲਾ ਦੇਖੀ ਤਾਂ ਉਹ ਵੀ ਬਿਰਹੋਂ ਦੇ ਵਿਛੋੜੇ ਨਾਲ ਵਿਆਕੁਲ ਦੇਖੀ, ਪਰ ਤਾਂ ਵੀ ਰਾਜਾ ਨੇ ਕਿਹਾ ਇਸ ਦੀ ਪ੍ਰੀਤ ਦੀ ਪ੍ਰੀਖਿਆ ਕਰਨੀ ਚਾਹੀਦੀ ਹੈ। ਜਦ ਰਾਜਾ ਨੇ ਆਪਣੇ ਆਪ ਨੂੰ ਮਾਧਵ ਨਲ ਦਾ ਦੂਤ ਕਹਿ ਕੇ ਕਾਮ ਕੰਦਲਾ ਨਾਲ ਗੱਲਾਂ ਆਰੰਭ ਕੀਤੀਆਂ ਔਰ ਸਾਰੇ ਪਤੇ ਨਿਸ਼ਾਨੀਆਂ ਮਾਧਵ ਨਲ ਦੀਆਂ ਦੱਸ ਕੇ ਫਿਰ ਕਿਹਾ ਕਿ ਉਹ ਅੱਜ ਮਰ ਗਿਆ ਹੈ ਔਰ ਤੇਰਾ ਨਾਮ ਲੈਂਦਾ ਲੈਂਦਾ ਹੀ ਮਰ ਗਿਆ ਹੈ। ਇਹ ਸੁਣ ਕੇ ਕਾਮ ਕੰਦਲਾ ਨੇ ਫਿਰ ਪੁੱਛਿਆ ਕਿ ਮਾਧਵ ਨਲ ਮਰ ਗਏ? ਤਾਂ ਰਾਜਾ ਨੇ ਕਿਹਾ ਹਾਂ ਮਰ ਗਏ। ਬਸ ਇਹ ਸੁਣ ਕੇ ਕਾਮ ਕੰਦਲਾ ਨੇ ਇਹ ਹੌਕਾ ਭਰਿਆ ਔਰ ਕਿਹਾ ਹੇ ਮਾਧਵ ਨਲ ਹਾਏ। ਔਰ ਹਾਏ ਦੇ ਕਹਿਣ ਨਾਲ ਹੀ ਉਸਨੇ ਆਪਣੇ ਸਵਾਸ ਛੱਡ ਦਿੱਤੇ, ਅਰਥਾਤ ਮਾਧਵ ਨਲ ਦਾ ਮਰਨਾ ਸੁਣ ਕੇ ਬਿਰਹੋਂ ਦੀ ਚੋਟ ਨਾਲ ਹੀ ਕਾਮ ਕੰਦਲਾ ਨੇ ਪ੍ਰਾਣ ਛੱਡ ਦਿੱਤੇ। ਜਦ ਕਾਮ ਕੰਦਲਾ ਮਰ ਗਈ ਤਾਂ ਰਾਜਾ ਬਿਕਰਮਾਜੀਤ ਨੇ ਸਾਰਾ ਹਾਲ ਮਾਧਵ ਨਲ ਨੂੰ ਜਾ ਕੇ ਸੁਣਾਇਆ ਤੇ ਕਿਹਾ ਜਿਸ ਕਾਰਨ ਫੌਜ ਜੋੜ ਕੇ ਆਏ ਹਾਂ ਉਹ ਤਾਂ ਇਸ ਪ੍ਰਕਾਰ ਮਰ ਗਈ ਹੈ। ਮਾਧਵ ਨਲ ਨੇ ਇੱਕ ਵਾਰੀ ਫਿਰ ਪੁੱਛਿਆ ਕਿ ਕਾਮ ਕੰਦਲਾ ਮਰ ਗਈ? ਰਾਜਾ ਨੇ ਕਿਹਾ ਹਾਂ ਮਰ ਗਈ। ਇਸ ਗੱਲ ਨੂੰ ਸੁਣਦੇ ਸਾਰ ਹੀ ਮਾਧਵ ਨਲ ਨੇ ਇਹ ਹੌਕਾ ਭਰਿਆ ਔਰ ਹਾਏ ਕਾਮ ਕੰਦਲਾ ਕਹਿ ਕੇ ਉਸੇ ਵੇਲੇ ਆਪਣੇ ਪ੍ਰਾਣ ਛੱਡ ਦਿੱਤੇ, ਮਾਨੋ ਕਦੇ ਦਾ ਮਰਿਆ ਪਿਆ ਸੀ। ਜਿਸ ਵਕਤ ਮਾਧਵ ਨਲ ਵੀ ਮਰ ਗਿਆ ਤਾਂ ਰਾਜਾ ਨੂੰ ਬੜਾ ਗਮ ਪੈਦਾ ਹੋਇਆ ਔਰ ਮਨ ਵਿੱਚ ਵਿਚਾਰਨ ਲੱਗਾ ਕਿ ਮੈਂ ਬੜਾ ਪਾਪੀ ਹਾਂ ਜਿਸ ਨੇ 2 ਮਿੱਤਰ ਨਾਹਕ ਝੂਠ ਬੋਲ ਕੇ ਮਰਵਾ ਦਿੱਤੇ, ਤਾਂ ਤੇ ਮੇਰਾ ਜਿਉਣਾ ਵੀ ਹੁਣ ਨਿਸਫਲ ਹੈ। ਇਹ ਵਿਚਾਰ ਕੇ ਚੰਦਨ ਦੀ ਚਿਖਾ ਰਚ ਕੇ ਰਾਜਾ ਆਪ ਵੀ ਸੜਨ ਲੱਗਾ ਸੀ ਕਿ ਬੈਤਾਲ ਨੇ ਆ ਕੇ ਉਸ ਦਾ ਹੱਥ ਪਕੜ ਲਿਆ। ਸੋ ਸਾਧ ਸੰਗਤ ਜੀ, ਇਸ ਸਾਖੀ ਦਾ ਤਾਤਪਰਿਆ ਇਹ ਹੈ
ਕਿ ਜਿਨ੍ਹਾਂ ਦੀ ਅਸਲੀ ਸੱਚੀ ਪ੍ਰੀਤ ਹੁੰਦੀ ਹੈ ਉਹ ਇੱਕ ਬਿਰਹੋਂ ਦੀ ਚੋਟ ਨਾਲ ਹੀ ਪ੍ਰਾਣ ਦੇ ਦਿੰਦੇ ਹਨ। ਅੱਗ ਵਿੱਚ ਸੜਨ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਪੈਂਦੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।